हाँ जी, सत श्री अकाल। ਆਪਾਂ ਕੰਪਿਊਟਰ ਦੇ ਕੁਐਸਚਨ ਡਿਸਕਸ ਕਰ ਰਹੇ ਹਾਂ UGC ਨੈਟ ਨਵੰਬਰ 2021। ਹੁਣ ਆਪਾਂ ਦੇਖਦੇ ਹਾਂ 26 ਨਵੰਬਰ ਸ਼ਿਫਟ 1। ਸੋ ਪਹਿਲਾ ਕੁਐਸਚਨ ਹੈ ਦੀ ਨੰਬਰ ਆਫ ਕਰੈਕਟਰਸ ਇਨ 8-bit ASCII ਕੋਡ, ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਇਹਦੀ ਐਬਰੀਵੇਸ਼ਨ ਕਾਫੀ ਵਾਰੀ ਪੁੱਛੀ ਗਈ ਹੈ। ਸੋ ਇਹ ASCII ਬੇਸਿਕਲੀ ਹੈ ਕਿ ਇਹ ਆਪਣੇ ਕੋਲੇ ਕਰੈਕਟਰ ਐਨਕੋਡਿੰਗ ਟੈਕਨੀਕ ਹੈ। ਕਰੈਕਟਰ ਐਨਕੋਡਿੰਗ ਟੈਕਨੀਕ। ਹੁਣ ਇਹਦੀ ਕਿਉਂ ਲੋੜ ਪੈਂਦੀ ਹੈ? ਜਿਵੇਂ ਆਪਾਂ ਕੰਪਿਊਟਰ, ਆਪਾਂ ਨੂੰ ਪਤਾ ਵੀ ਕੰਪਿਊਟਰ ਆਲਵੇਜ਼ ਅੰਡਰਸਟੈਂਡ ਬਾਈਨਰੀ ਲੈਂਗੁਏਜ, ਉਹ ਬਾਈਨਰੀ ਹੀ ਸਮਝਦਾ, ਹੋਰ ਉਹਨੂੰ ਕੋਈ ਭਾਸ਼ਾ ਨਹੀਂ ਸਮਝ ਆਉਂਦੀ। ਤਾਂ ਆਪਾਂ ਕਿੰਨਾ ਕੁਛ ਲਿਖਦੇ ਹਾਂ, ਛੋਟੀ ABC ਹੈ ਆਪਣੇ ਕੋਲੇ, ਹੈ ਨਾ, ਫਿਰ 1 2 3 ਹੈ, ਫਿਰ ਵੱਡੀ ABC ਹੈ, ਹੈ ਨਾ, ਹੋਰ ਵੀ ਸਪੈਸ਼ਲ ਸਿੰਬਲਸ ਨੇ, @ ਹੋ ਗਿਆ, ਡਾਲਰ, ਹੈਸ਼, ਹੈ ਨਾ, ਇਹਨਾਂ ਸਾਰਿਆਂ ਦੀ ਗਰੁੱਪਿੰਗ ਕਰਕੇ ਤੇ ਇਹਨੂੰ ਆਪਾਂ ਡੈਸੀਮਲ ਦੇ ਇਕੁਇਵਲੈਂਟ ਰੱਖ ਲੈਂਦੇ ਹਾਂ। ਜਿਵੇਂ ਸਪੋਜ਼ ਕਰੋ ਆਪਾਂ ਵੈਸੇ ਹੀ ਲੈ ਰਹੇ ਹਾਂ, ਵੈਸੇ ASCII ਟੇਬਲ ਤੁਸੀਂ ਗੂਗਲ ਤੋਂ ਦੇਖ ਸਕਦੇ ਹੋ, ਆਪਾਂ ਅੰਦਾਜ਼ੇ ਨਹੀਂ ਲੈ ਰਹੇ ਹਾਂ ਵੀ ਇੱਥੋਂ ਸਟਾਰਟ ਕੀਤਾ 1 2 3 ਐਵੇਂ ਕਰਕੇ ਕੈਪੀਟਲ A ਤੇ 65 ਚੱਲ ਗਿਆ, ਹੈ ਨਾ। ਤਾਂ ਜਦੋਂ ਅਸੀਂ ਵਰਡ ਦੇ ਵਿੱਚ ਲਿਖਦੇ ਹਾਂ, ਇਹ ਵੈਸੇ ਕੈਪੀਟਲ A ਦਾ ASCII 'ਚ 65 ਹੀ ਹੁੰਦਾ, ਬਟ ਛੋਟੀ ABC ਦਾ ਨਹੀਂ ਹੁੰਦਾ, ਛੋਟੀ A ਦਾ 97 ਹੁੰਦਾ। ਮੈਂ ਵੈਸੇ ਹੀ ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ, ਹੈ ਨਾ। ਤਾਂ ਜਦੋਂ ਅਸੀਂ ਲਿਖਦੇ ਹਾਂ ABC ਐਵੇਂ, ਹੈ ਨਾ, ਤਾਂ ਇਹਦੇ ਕਰਸਪੋਂਡਿੰਗ ਹੁੰਦਾ 65, B ਦੇ 66, C ਦੇ ਕਰਸਪੋਂਡਿੰਗ ਹੁੰਦਾ 67। ਤਾਂ 65 ਕਿਵੇਂ ਲਿਖਦੇ ਹਾਂ ਅਸੀਂ? 64 16 32 8 4 2 1। ਤਾਂ ਐਵੇਂ ਬਾਈਨਰੀ ਲੈ ਲੈਂਦਾ ਕੰਪਿਊਟਰ, ਉਹਨੂੰ ਬਾਈਨਰੀ ਕੰਸੀਡਰ ਕਰ ਲੈਂਦਾ। ਆਪਾਂ ਤਾਂ ਟੈਕਸਟ ਲਿਖਦੇ ਹਾਂ, ਪਰ ਕੰਪਿਊਟਰ ਬਾਈਨਰੀ ਲੈ ਲੈਂਦਾ। ਤਾਂ ਇਹ ਗਰੁੱਪਿੰਗ ਨੂੰ, ਜਿਹੜੀ ਆ ਅਸੀਂ ਗਰੁੱਪਿੰਗ ਕਰਦੇ ਹਾਂ, ਇਸ ਨੂੰ ਅਸੀਂ ਕਰੈਕਟਰ ਐਨਕੋਡਿੰਗ ਟੈਕਨੀਕ ਬੋਲਦੇ ਹਾਂ। ਤੇ ਬਹੁਤ ਸਾਰੀਆਂ ਕਰੈਕਟਰ ਐਨਕੋਡਿੰਗ ਟੈਕਨੀਕਸ ਨੇ, ਜਿਵੇਂ ASCII ਹੈ, EBCDIC ਹੈ, BCDI ਹੈ, ਯੂਨੀਕੋਡ ਹੈ ਨਾ। ਸੋ ਪੰਜਾਬੀ ਵਾਲਿਆਂ ਨੂੰ ਤਾਂ ਪਤਾ ਹੋਣਾ, ਯੂਨੀਕੋਡ 'ਚ ਕਾਫੀ ਕੰਮ ਕਰਦੇ ਨੇ। ਸੋ ਇਹ ਸਾਰੀਆਂ ਕਰੈਕਟਰ ਐਨਕੋਡਿੰਗ ਟੈਕਨੀਕਸ ਨੇ। ਹਰੇਕ ਦੇ ਵਿੱਚ ਨੰਬਰ ਆਫ ਬਿਟਸ ਅਲੱਗ-ਅਲੱਗ ਨੇ। ਇਹਨੇ 8 ਬਿਟ ਦੇ ਵਿੱਚ ਪੁੱਛਿਆ, 8 ਬਿਟ ASCII ਦੇ ਵਿੱਚ ਕਿੰਨੇ ਕਰੈਕਟਰ ਹੋਣਗੇ ਜਾਂ ਕਿੰਨੇ ਕੰਬੀਨੇਸ਼ਨ ਬਣਨਗੇ। ਤਾਂ ਆਪਾਂ ਨੂੰ ਪਤਾ ਹੀ ਕਿਵੇਂ ਦੇਖਦੇ ਹੁੰਦੇ ਆ, ਜੇ 3 ਬਿਟ ਹੈ ਤਾਂ 3 ਬਿਟ ਨਾਲ 2 ਦੀ ਪਾਵਰ 3, 8 ਕੰਬੀਨੇਸ਼ਨ ਬਣਦੇ ਨੇ। ਜੇ 5 ਬਿਟਸ ਨੇ, 5 ਬਿਟਸ ਦੇ ਨਾਲ 2 ਦੀ ਪਾਵਰ 5, 32 ਕਰੈਕਟਰ ਬਣਦੇ ਨੇ। ਹੁਣ 8 ਬਿਟ ਦੇ ਨਾਲ ਪੁੱਛਿਆ ਤਾਂ 2 ਦੀ ਪਾਵਰ 8 ਬਣ ਜੂਗਾ 256। 2 ਦੀ ਪਾਵਰ 9 ਹੁੰਦਾ 512, 256 ਬਣ ਜੂਗੀ। ਰੇਂਜ ਇਹਦੀ ਹੋ ਜੂਗੀ 0 ਤੋਂ ਲੈ ਕੇ 255 ਤੱਕ, ਰੇਂਜ ਘੱਟ ਹੁੰਦੀ ਹੈ ਇੱਕ। ਇਹਦਾ C ਆਨਸਰ ਹੈ, ਠੀਕ ਹੈ। ਤੇ ਇਹ ASCII ਤੇ EBCDIC ਦੇ ਵਿੱਚ ਡਿਫਰੈਂਸ ਹੈ। ਇਹ ਐਬਰੀਵੇਸ਼ਨ ਤੁਸੀਂ ਪੜ੍ਹ ਲੈਣੀ ਹੈ। ਇਹ 8 ਬਿਟ ਦਾ ਹੁੰਦਾ। ਜਰਨਲੀ ASCII ਹੈ ਜਿਹੜਾ 7 ਬਿਟ ਦਾ, ਬਟ ASCII ਐਕਸਟੈਂਡਡ ਹੈ ਜਿਹੜਾ ਉਹ 8 ਬਿਟ ਦਾ, ਉਹਦੇ 'ਚ 256 ਕਰੈਕਟਰਸ ਨੇ ਆਪਣੇ ਕੋਲ, ਠੀਕ ਹੈ। ਹਾਂ, ਨੈਕਸਟ ਹੈ ਦੀ ਪੋਸਟ ਆਫਿਸ ਪ੍ਰੋਟੋਕੋਲ। ਈਮੇਲ ਦੇ ਵਿੱਚ ਪ੍ਰੋਟੋਕੋਲ ਹੁੰਦੀਆਂ ਨੇ। ਪੋਸਟ ਆਫਿਸ ਹੁੰਦੀ ਹੈ ਇੱਕ, POP ਵੀ ਬੋਲ ਦਿੰਦੇ ਇਹਨੂੰ ਆਪਾਂ, IAMP ਇੱਕ SMTP। ਆਪਾਂ ਪਹਿਲਾਂ ਡਾਇਗਰਾਮ ਤੋਂ ਸਮਝਦੇ ਹਾਂ। ਇਹ ਸੈਂਡਰ ਹੈ, ਸੈਂਡਰ ਨੇ ਮੇਲ ਟਰਾਂਸਮਿਟ ਕਰਨੀ ਹੈ ਰਿਸੀਵਰ ਨੂੰ। ਇਹ ਸੈਂਡਰ ਦਾ ਮੇਲ ਸਰਵਰ ਹੈ ਕਿ ਅਸੀਂ ਇੰਟਰਨੈਟ 'ਤੇ ਭਾਵੇਂ ਔਨਲਾਈਨ ਨਹੀਂ ਵੀ ਹੋਈ ਹੈ, ਸਾਡੀਆਂ ਮੇਲ ਇੱਥੇ ਸਟੋਰ ਹੋਈ ਜਾਂਦੀਆਂ ਨੇ, ਉਵੇਂ ਹੀ ਰਿਸੀਵਰ ਦਾ ਮੇਲ ਸਰਵਰ ਹੈ ਨਾ। ਤਾਂ ਸੈਂਡਰ ਤੋਂ ਲੈ ਕੇ ਮੇਲ ਰਿਸੀਵਰ ਦੇ ਮੇਲ ਸਰਵਰ ਤੱਕ ਮੇਲ ਭੇਜਣ ਦੇ ਲਈ ਜਿਹੜੀ ਪ੍ਰੋਟੋਕੋਲ ਯੂਜ਼ ਹੁੰਦੀ ਹੈ ਉਹਦਾ ਨਾਮ ਹੈ SMTP, ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ, ਠੀਕ ਹੈ। ਫਿਰ ਜਦੋਂ ਵੀ ਰਿਸੀਵਰ ਔਨਲਾਈਨ ਆਊਗਾ, ਆਪਦੇ ਮੇਲ ਸਰਵਰ ਤੋਂ ਮੇਲਸ ਨੂੰ ਡਾਊਨਲੋਡ ਕਰੂਗਾ, ਤਾਂ ਉਹਦੇ ਲਈ 2 ਪ੍ਰੋਟੋਕੋਲ ਯੂਜ਼ ਹੁੰਦੀਆਂ ਨੇ, POP3 ਐਂਡ IAMP, ਪੋਸਟ ਆਫਿਸ ਪ੍ਰੋਟੋਕੋਲ, ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ, ਠੀਕ ਹੈ। ਹੁਣ ਆਪਾਂ ਕੁਐਸਚਨ ਦੇਖਦੇ ਹਾਂ। ਕਹਿੰਦਾ ਇਹ ਆਪਸ਼ਨ ਹੈ ਪ੍ਰੋਟੋਕੋਲ ਯੂਜ਼ਡ ਫॉर ਟਰਾਂਸਫਰਿੰਗ ਏ ਫਾਈਲ ਫਰੋਮ ਵਨ ਕੰਪਿਊਟਰ ਟੂ ਅਨਦਰ, ਤਾਂ ਨਹੀਂ, ਉਹਦੇ ਲਈ SMTP ਹੈ। ਪ੍ਰੋਟੋਕੋਲ ਯੂਜ਼ ਟੂ ਹੈਂਡਲ ਈਮੇਲ ਅਟੈਚਮੈਂਟ, ਇਹ ਵੀ ਨਹੀਂ, ਠੀਕ। ਪ੍ਰੋਟੋਕੋਲ ਯੂਜ਼ਡ ਵੈਨ ਰਿਸੀਵਿੰਗ ਈਮੇਲ ਫਰੋਮ ਦੀ ਮੇਲ ਸਰਵਰ, ਇਹ ਹੋ ਸਕਦਾ ਹੈ। ਪ੍ਰੋਟੋਕੋਲ ਯੂਜ਼ਡ ਫॉर ਸੈਂਡਿੰਗ ਈਮੇਲ, ਇਹਦੇ ਲਈ ਵੀ SMTP ਹੈ। ਤਾਂ ਰਿਸੀਵ ਕਰਨਾ, ਡਾਊਨਲੋਡ ਕਰਨਾ ਇੱਕੋ ਹੀ ਗੱਲ ਹੈ ਮੇਲ ਸਰਵਰ ਤੋਂ, ਤਾਂ ਆਨਸਰ C ਹੈ ਇਹਦਾ, ਠੀਕ ਹੈ। ਨੈਕਸਟ ਕੁਐਸਚਨ ਹੈ ਗਿਵਨ ਬਿਲੋ ਆਰ 2 ਸਟੇਟਮੈਂਟ ਰਿਗਾਰਡਿੰਗ ਏ ਰਾਊਟਰ। ਰਾਊਟਰ ਇੱਕ ਨੈਟਵਰਕ ਡਿਵਾਈਸ ਹੈ, ਤੇ ਜਿਵੇਂ ਰਾਊਟਰ ਹੋ ਗਿਆ, ਸਵਿਚ, ਹੈ ਨਾ, ਹੱਬ, ਰਿਪੀਟਰ, ਮੋਡਮ, NIC ਕਾਰਡ, all are
ਨੈਟਵਰਕ ਡਿਵਾਈਸਿਸ, ਇਹ ਨੈਟਵਰਕ ਡਿਵਾਈਸ ਨੇ ਹੈ ਨਾ। ਤੇ ਇਹਦੇ ਬਾਰੇ ਪੁੱਛਿਆ ਗਿਆ, ਕਹਿੰਦਾ ਦੂਜੀ ਸਟੇਟਮੈਂਟ ਹੈ ਇਟ ਵਰਕਸ ਇਨ ਡਾਟਾ ਲਿੰਕ ਲੇਅਰ। ਕੀ ਕਹਿੰਦਾ, ਇਹ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ। ਫਿਰ ਅਗਲਾ ਹੈਗਾ ਇਟ ਅਨੇਬਲਸ ਦੀ ਡਾਟਾ ਪੈਕੇਟ ਟੂ ਰੂਟ ਬਿਟਵੀਨ ਡਿਫਰੈਂਟ ਨੈਟਵਰਕਸ। ਆਪਾਂ ਡਾਇਗਰਾਮ ਦੇਖਦੇ ਹਾਂ ਪਹਿਲਾਂ। ਇਹ ਸਵਿਚ ਲੱਗਿਆ ਹੋਇਆ, ਸਵਿਚ ਦੇ ਨਾਲ ਅਸੀਂ ਕੰਪਿਊਟਰ ਅਟੈਚ ਕਰ ਸਕਦੇ ਹਾਂ, ਜਿਵੇਂ ਇਹਦੇ ਨਾਲ 3 ਇੱਧਰ ਲੱਗੇ ਨੇ, 3 ਇਹਦੇ ਨਾਲ ਲੱਗੇ ਨੇ। ਤਾਂ ਇਹ ਵੱਖੋ ਵੱਖਰੇ ਨੈਟਵਰਕ, ਰਾਊਟਰ ਜਿਹੜਾ ਹੈ, ਰਾਊਟਰ 2 ਵੱਖੋ ਵੱਖਰੇ ਨੈਟਵਰਕਸ ਨੂੰ ਕੰਬਾਈਨ ਕਰਨ ਲਈ ਵਰਤਿਆ ਜਾਂਦਾ। ਸਵਿਚ ਦੇ ਨਾਲ ਸੇਮ ਨੈਟਵਰਕ ਵਾਲੇ ਆਉਂਦੇ ਨੇ। ਅਸੀਂ ਲੇਮੈਨ ਸਮਝ ਲੈਂਦੇ ਹਾਂ, ਚਲੋ ਟੈਕਨੀਕਲ ਤਾਂ ਨਹੀਂ ਜਾਵਾਂਗੇ। IP ਐਡਰੈਸ, ਮੈਕ ਐਡਰੈਸ ਉਹ ਤੁਹਾਨੂੰ ਸਮਝ ਨਹੀਂ ਆਊਗਾ। ਤਾਂ ਜਿਵੇਂ ਸਪੋਜ਼ ਕਰੋ ਮੋਬਾਈਲ ਦੀ ਸੀਰੀਜ਼ ਹੈ, ਇਹ ਮੰਨ ਲਓ 98 ਵਾਲੀ ਸੀਰੀਜ਼ ਦਾ, ਇਹ ਵੀ 98 ਵਾਲੀ ਸੀਰੀਜ਼ ਦਾ, ਇਹ ਵੀ 98 ਵਾਲੀ ਸੀਰੀਜ਼ ਦਾ। ਇੱਕ ਮੇਰੇ ਕੋਲ 94 ਵਾਲੀ ਸੀਰੀਜ਼ ਦਾ ਡਿਵਾਈਸ ਹੈ, ਉਹ ਮੈਂ ਇੱਥੇ ਸਵਿਚ ਨਾਲ ਨਹੀਂ ਲਾ ਸਕਦਾ। ਕਿਉਂ? ਕਿਉਂਕਿ ਸਵਿਚ ਜਿਹੜਾ ਹੈ ਉਹ ਸੇਮ ਨੈਟਵਰਕ ਦੇ ਡਿਵਾਈਸ ਉਹਦੇ ਨਾਲ ਅਟੈਚ ਹੋ ਸਕਦੇ, ਡਿਫਰੈਂਟ ਨਹੀਂ ਹੋ ਸਕਦੇ। ਫਿਰ ਮੈਂ ਇੱਕ ਨਵਾਂ ਸਵਿਚ ਲਾਇਆ, ਇਹ 94 ਵਾਲਾ, ਇਹ ਵੀ 94 ਵਾਲਾ, ਇਹ 94 ਵਾਲਾ। 94 ਵਾਲੇ ਇੱਕ ਪਾਸੇ ਕਰਤੇ, 98 ਵਾਲੇ ਇੱਕ ਪਾਸੇ। ਹੁਣ ਸਵਿਚ ਨੂੰ ਡਾਇਰੈਕਟ ਕਨੈਕਟ ਨਹੀਂ ਕਰ ਸਕਦੇ ਕਿਉਂਕਿ ਦੋਨੋਂ ਨੈਟਵਰਕ ਡਿਫਰੈਂਟ ਨੇ। ਇਹ ਨੈਟਵਰਕ 1 ਹੈ, ਦੂਸਰਾ ਨੈਟਵਰਕ 2 ਹੈ। ਤਾਂ ਜਦੋਂ ਵੱਖੋ ਵੱਖਰੇ ਨੈਟਵਰਕਸ ਨੂੰ ਕੰਬਾਈਨ ਕਰਨ ਦੇ ਲਈ ਰਾਊਟਰ ਲੱਗਦਾ। ਤਾਂ ਰਾਊਟਰ ਇਜ਼ ਮੇਨਲੀ ਯੂਜ਼ ਟੂ ਕਨੈਕਟ ਟੂ ਡਿਫਰੈਂਟ ਨੈਟਵਰਕਸ। ਕਲੀਅਰ? ਤਾਂ ਇਹ ਰੂਟ ਦਿੰਦਾ, ਪਾਥ ਦਿੰਦਾ, ਰਸਤਾ ਦਿੰਦਾ ਕਮਿਊਨੀਕੇਟ ਕਰਨ ਦੇ ਲਈ। ਤੇ ਪ੍ਰੋਟੋਕੋਲ ਸੇਮ ਹੋਣੀ ਚਾਹੀਦੀ ਹੈ। ਪ੍ਰੋਟੋਕੋਲ ਨੂੰ ਅਸੀਂ ਲੇਮੈਨ ਦੇ ਵਿੱਚ ਸਪੋਜ਼ ਕਰੋ ਇਹ ਪੰਜਾਬੀ ਲੈਂਗੁਏਜ ਫੋਲੋ ਕਰਦਾ, ਇਹ ਵੀ ਪੰਜਾਬੀ ਹੈ ਨਾ, ਇਹ ਵੀ ਪੰਜਾਬੀ, ਜਾਂ ਇਹ ਕਹਿ ਲਓ ਨੈਟਵਰਕ 1 'ਚ ਪੰਜਾਬੀ ਯੂਜ਼ ਹੁੰਦੀ ਹੈ ਤੇ ਨੈਟਵਰਕ 2 ਦੇ ਵਿੱਚ ਵੀ ਪੰਜਾਬੀ ਯੂਜ਼ ਹੋਣੀ ਚਾਹੀਦੀ ਹੈ। ਸਾਰੇ ਡਿਵਾਈਸਿਸ ਨੇ ਜਿਹੜੇ, ਇਹਨਾਂ ਦੇ ਵਿੱਚ ਵੀ ਪੰਜਾਬੀ ਲੈਂਗੁਏਜ, ਇਹਨੂੰ ਆਪਾਂ ਪ੍ਰੋਟੋਕੋਲ ਮੰਨ ਲਿਆ ਲੈਂਗੁਏਜ ਨੂੰ ਇੱਕ। ਵੈਸੇ ਐਵੇਂ ਦਾ ਨਹੀਂ ਹੁੰਦਾ ਕੁਛ। ਪ੍ਰੋਟੋਕੋਲ ਜਿਵੇਂ HTTP FTP ਆਪਾਂ ਪੜ੍ਹਾਂਗੇ ਅੱਗੇ, ਉਹ ਹੁੰਦੀਆਂ ਨੇ, ਪਰ ਮੈਂ ਸਮਝਾਉਣਾ ਚਾਹੁੰਦਾ ਤੁਹਾਨੂੰ, ਠੀਕ ਹੈ। ਤਾਂ ਰਾਊਟਰ ਉਦੋਂ ਯੂਜ਼ ਹੁੰਦਾ ਜਦੋਂ ਨੈਟਵਰਕ ਵੱਖੋ ਵੱਖਰਾ ਹੋ ਸਕਦਾ, ਜਿਵੇਂ 98 ਵਾਲਾ 94 ਵਾਲਾ, ਬਟ ਪ੍ਰੋਟੋਕੋਲ ਦੋਨਾਂ ਦੀ ਸੇਮ ਹੋਣੀ ਚਾਹੀਦੀ ਹੈ, ਠੀਕ ਹੈ। ਹੋ ਸਕਦਾ ਹੈ ਵੀ ਇਹ ਨੈਟਵਰਕ ਵੀ ਵੱਖਰਾ ਹੋਵੇ, ਇੱਧਰ ਪੰਜਾਬੀ ਨਾ ਹੋਵੇ, ਇੰਗਲਿਸ਼ ਹੋਵੇ, ਪ੍ਰੋਟੋਕੋਲ ਵੱਖਰਾ ਹੋ ਗਿਆ। ਇੱਧਰ ਪੰਜਾਬੀ ਹੈ, ਇੱਧਰ ਇੰਗਲਿਸ਼ ਹੈ, ਫਿਰ ਰਾਊਟਰ ਨਹੀਂ ਲੱਗਦਾ। ਫਿਰ ਇਹਦੀ ਥਾਂ ਤੇ ਜਿਹੜਾ ਡਿਵਾਈਸ ਲੱਗੂਗਾ ਉਹਦਾ ਨਾਮ ਹੋਊਗਾ ਗੇਟਵੇ। ਫਿਰ ਆਪਾਂ ਗੇਟਵੇ ਦੇ ਨਾਲ ਲਾ ਦਾਂਗੇ। ਤਾਂ ਵੀ ਕੈਨ ਸੇ ਦੈਟ ਗੇਟਵੇ ਇਜ਼ ਏ ਡਿਵਾਈਸ ਦੈਟ ਇਜ਼ ਮੇਨਲੀ ਯੂਜ਼ ਟੂ ਕਨੈਕਟ ਟੂ ਡਿਫਰੈਂਟ ਨੈਟਵਰਕਸ ਹੈਵਿੰਗ ਵਿਦ ਡਿਫਰੈਂਟ ਪ੍ਰੋਟੋਕੋਲਸ। ਗੇਟਵੇ ਦੇ ਵਿੱਚ ਪ੍ਰੋਟੋਕੋਲ ਵੀ ਡਿਫਰੈਂਟ ਤੇ ਨੈਟਵਰਕ ਵੀ ਡਿਫਰੈਂਟ। ਰਾਊਟਰ ਦੇ ਵਿੱਚ ਪ੍ਰੋਟੋਕੋਲ ਸੇਮ ਤੇ ਨੈਟਵਰਕ ਡਿਫਰੈਂਟ। ਸਵਿਚ ਦੇ ਵਿੱਚ ਸੇਮ ਪ੍ਰੋਟੋਕੋਲ ਤੇ ਸੇਮ ਨੈਟਵਰਕ ਆਪਾਂ ਡਿਵਾਈਸ ਕਨੈਕਟ ਕਰ ਸਕਦੇ ਹਾਂ, ਠੀਕ ਹੈ। ਇਹ ਫਿਰ ਦੂਸਰੀ ਸਟੇਟਮੈਂਟ ਸੀ ਜਿਹੜੀ ਆਹ ਵਰਕਸ ਔਨ ਡਾਟਾ ਲਿੰਕ ਲੇਅਰ। ਤੇ ਇਹਦੇ ਲਈ ਸਾਨੂੰ ਮਾਡਲ ਸਮਝਣੇ ਪੈਣਗੇ। ਪਹਿਲਾਂ ਤਾਂ ਨਹੀਂ ਕੁਐਸਚਨ ਆਇਆ ਸੀ, ਬਟ ਹੁਣ 1-2 ਵਾਰੀਆਂ ਦੇ ਵਿੱਚ ਇਹਦਾ ਕੁਐਸਚਨ ਆਇਆ, OSI ਮਾਡਲ ਐਂਡ TCP ਮਾਡਲ। ਤਾਂ ਇੰਟਰਨੈਟ ਦੇ 2 ਮਾਡਲ ਨੇ। OSI ਸਟੈਂਡਸ ਫॉर ਓਪਨ ਸਿਸਟਮ ਇੰਟਰਕਨੈਕਸ਼ਨ ਐਂਡ TCP ਸਟੈਂਡਸ ਫॉर ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। IP ਸਟੈਂਡਸ ਫॉर ਇੰਟਰਨੈਟ ਪ੍ਰੋਟੋਕੋਲ। ਤਾਂ TCP IP ਦੀਆਂ ਤਾਂ ਆਪਣੇ ਕੋਲੇ 4 ਲੇਅਰਸ ਨੇ, OSI ਦੀਆਂ 7 ਲੇਅਰਸ ਨੇ ਟੋਟਲ। ਜਿਵੇਂ ਫਿਜ਼ੀਕਲ ਲੇਅਰ ਪਹਿਲੀ, ਡਾਟਾ ਲਿੰਕ, ਨੈਟਵਰਕ, ਟਰਾਂਸਪੋਰਟ, ਸੈਸ਼ਨ, ਪ੍ਰੈਜੈਂਟੇਸ਼ਨ, ਐਪਲੀਕੇਸ਼ਨ, ਹੈ ਨਾ। ਤਾਂ OSI ਦੀਆਂ ਪਹਿਲੀਆਂ 2 ਲੇਅਰ ਮਿਲ ਕੇ ਨੈਟਵਰਕ ਲੇਅਰ ਬਣ ਜਾਂਦੀ ਹੈ। TCP ਦੀ ਇਕੁਵਲੈਂਟ ਹੈ। ਜਿਹੜੀਆਂ ਇਹ 2 ਕੰਮ ਕਰਨਗੀਆਂ ਉਹ ਇੱਕ ਕੰਮ ਕਰੂਗੀ। ਨੈਟਵਰਕ ਦੋਨਾਂ 'ਤੇ ਸੇਮ ਹੈ, ਟਰਾਂਸਪੋਰਟ ਦੋਨਾਂ 'ਤੇ ਸੇਮ ਹੈ। ਫਿਰ OSI ਦੀਆਂ 3 ਲੇਅਰ ਮਿਲ ਕੇ TCP IP ਦੀ ਇੱਕ ਲੇਅਰ ਬਣ ਜਾਂਦੀ ਹੈ। ਇਸ ਤਰ੍ਹਾਂ ਲੇਅਰਿੰਗ ਹੁੰਦੀ ਹੈ। ਫੰਕਸ਼ਨ ਡਿਵਾਈਡ ਕੀਤੇ ਨੇ, ਕਿਹੜੀ ਪਹਿਲੀ ਲੇਅਰ ਨੇ ਕੀ ਕਰਨਾ ਹੈ, ਦੂਜੀ ਨੇ ਕੀ ਕਰਨਾ ਹੈ, ਇਸ ਤਰ੍ਹਾਂ ਕਰਕੇ ਡਿਵੀਜ਼ਨ ਕੀਤੀ ਹੈ। ਜਿਵੇਂ ਆਪਾਂ ਦੇਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਇੱਕ ਵਾਈਸ ਚਾਂਸਲਰ ਹੁੰਦਾ ਹੈ, ਫਿਰ ਉਹਦੇ ਥੱਲੇ ਡੀਨ ਫੈਕਲਟੀ, ਡੀਨ ਸਟੂਡੈਂਟ, ਰਿਸਰਚ ਲਗਾਏ ਜਾਂਦੇ ਨੇ। ਹਰ ਬੰਦਿਆਂ ਦੇ ਰੋਲਸ ਨੇ, ਉਹ ਕੀ ਨੇ, ਲੇਅਰਸ ਨੇ। ਉਵੇਂ ਹੀ ਨੈਟਵਰਕਸ ਦੇ ਵਿੱਚ ਵੀ ਲੇਅਰਿੰਗ 'ਤੇ ਕੰਮ ਹੁੰਦਾ ਹੈ ਨਾ। ਹੁਣ ਇਹ ਸਾਰੀਆਂ ਲੇਅਰਸ 'ਤੇ ਵੱਖੋ ਵੱਖਰੀਆਂ ਲੇਅਰ 'ਤੇ ਡਿਵਾਈਸ ਕੰਮ ਕਰਦੇ ਨੇ। ਕਿਹੜਾ ਡਿਵਾਈਸ ਕਿਹੜੀ ਲੇਅਰ 'ਤੇ ਕੰਮ ਕਰਦਾ ਹੈ, ਕਿਹੜੀ ਲੇਅਰ 'ਤੇ ਕਿਹੜੀ ਪ੍ਰੋਟੋਕੋਲ ਕੰਮ ਕਰਦੀ ਹੈ ਨਾ। ਆਪਾਂ ਥੋੜ੍ਹਾ ਬਹੁਤ ਦੇਖ ਲੈਂਦੇ ਹਾਂ, ਜਿਹਨੂੰ ਮੈਂ ਪੁੱਛ ਹੀ ਲਿਆ। ਹੁਣ ਡਿਵਾਈਸਿਸ ਦੀ ਗੱਲ ਕਰੀਏ ਤਾਂ ਫਿਜ਼ੀਕਲ ਲੇਅਰ 'ਤੇ ਹੱਬ, ਰਿਪੀਟਰ ਤੇ ਟਰਾਂਸੀਵਰ। ਟਰਾਂਸੀਵਰ ਕੀ ਹੁੰਦਾ ਹੈ? ਜਿਹੜਾ ਡਿਵਾਈਸ ਟਰਾਂਸਮਿਟ ਵੀ ਕਰਦਾ, ਰਿਸੀਵ ਵੀ ਕਰਦਾ। ਫਿਰ ਡਾਟਾ ਲਿੰਕ ਲੇਅਰ 'ਤੇ ਸਵਿਚ ਐਂਡ ਬ੍ਰਿਜ। ਨੈਟਵਰਕ ਲੇਅਰ 'ਤੇ ਰਾਊਟਰ। ਆਪਾਂ ਆਪਸ਼ਨ 'ਚ ਪੜ੍ਹਿਆ ਸੀ ਕਿ ਰਾਊਟਰ ਵਰਕਸ ਔਨ ਡਾਟਾ ਲਿੰਕ ਲੇਅਰ, ਤਾਂ ਉਹ ਆਪਸ਼ਨ ਆਪਣੀ ਵੀ ਰੋਂਗ ਹੋ ਗਈ ਹੈ ਨਾ। ਟਰਾਂਸਪੋਰਟ ਲੇਅਰ 'ਤੇ ਫਾਇਰਵਾਲ। ਫਾਇਰਵਾਲ ਐਪਲੀਕੇਸ਼ਨ ਲੇਅਰ 'ਤੇ ਵੀ ਕੰਮ ਕਰਦਾ। ਗੇਟਵੇ ਦੀ ਆਪਾਂ ਹੁਣੀ ਗੱਲ ਕੀਤੀ ਸੀ, ਇਹ ਵੀ ਐਪਲੀਕੇਸ਼ਨ ਲੇਅਰ 'ਤੇ ਕੰਮ ਕਰਦਾ, ਠੀਕ ਹੈ। ਪ੍ਰੋਟੋਕੋਲਸ ਤੇ ਸਟੈਂਡਰਡਸ ਨੇ,
ਇਹਨਾਂ 'ਚੋਂ ਸਾਰੇ ਕਰਨ ਦੀ ਲੋੜ ਨਹੀਂ, ਮੇਨ ਤੁਸੀਂ ਕਰ ਲਿਓ SMTP, POP3, IMP, DNS, ਇਹ ਕਰਦੇ ਨੇ ਐਪਲੀਕੇਸ਼ਨ ਲੇਅਰ 'ਤੇ ਕੰਮ। BOIP ਵੀ ਕਰ ਲਿਓ, ਇਹ ਵੀ ਇੰਪੋਰਟੈਂਟ ਹੈ, ਪੁੱਛ ਸਕਦਾ। HTTP ਵੀ ਕਰ ਲਿਓ ਹੈ ਨਾ, ਇਹ ਤਾਂ ਸਾਰੀਆਂ ਹੀ ਕਰ ਲਿਓ, ਇਹ ਨਹੀਂ ਛੱਡਣੀਆਂ ਆਪਾਂ। ਐਪਲੀਕੇਸ਼ਨ ਲੇਅਰ ਇੰਪੋਰਟੈਂਟ ਹੈ, ਇਹ ਪੁੱਛ ਸਕਦਾ ਹੈ। ਫਿਰ TCP UDP ਹੈ ਟਰਾਂਸਪੋਰਟ ਲੇਅਰ 'ਤੇ, ਅਤੇ IP ਹੈ ਨੈਟਵਰਕ 'ਤੇ। ਬਸ ਇੰਨੀ ਹੀ ਕਾਫੀ ਹੈ, ਇਹ ਕਰਨ ਦੀ ਲੋੜ ਨਹੀਂ। ਫਿਰ ਐਡਰੈਸ ਤੁਸੀਂ ਕਰ ਸਕਦੇ ਹੋ, ਜਿਵੇਂ ਫਿਜ਼ੀਕਲ ਐਡਰੈਸ ਹੁੰਦਾ ਹੈ, ਇਹ ਡਾਟਾ ਲਿੰਕ ਲੇਅਰ 'ਤੇ ਜਾਂ ਫਿਜ਼ੀਕਲ ਲੇਅਰ 'ਤੇ, ਜਾਂ ਇੱਧਰੋਂ ਨੈਟਵਰਕ ਐਕਸੈਸ TCP IP ਦੀ ਨੈਟਵਰਕ ਐਕਸੈਸ ਲੇਅਰ 'ਤੇ। ਲੌਜੀਕਲ ਐਡਰੈਸ ਔਰ IP ਐਡਰੈਸ ਇਹ ਨੈਟਵਰਕ ਲੇਅਰ 'ਤੇ ਹੁੰਦਾ। ਪੋਰਟ ਐਡਰੈਸ ਟਰਾਂਸਪੋਰਟ 'ਤੇ, ਐਪਲੀਕੇਸ਼ਨ ਲੇਅਰ 'ਤੇ ਵੈਬ ਸਪੈਸੀਫਿਕ ਐਡਰੈਸ ਜਿਹੜਾ ਆਪਾਂ URL ਪੜ੍ਹਿਆ ਸੀ ਨਾ, ਉਹ ਐਪਲੀਕੇਸ਼ਨ ਲੇਅਰ 'ਤੇ। ਇੰਪੋਰਟੈਂਟ ਹੈ ਕਾਫੀ, ਪੁੱਛ ਸਕਦਾ ਤੁਹਾਡੇ ਤੋਂ, ਠੀਕ ਹੈ। ਸੋ ਕੁਐਸਚਨ 'ਤੇ ਆਪਾਂ ਆਉਂਦੇ ਹਾਂ। ਪਹਿਲਾ ਸੈਕਿੰਡ ਤਾਂ ਰੋਂਗ ਹੋ ਗਿਆ ਸੀਗਾ ਵੀ ਇਹ ਡਾਟਾ ਲਿੰਕ ਲੇਅਰ 'ਤੇ ਕੰਮ ਨਹੀਂ ਕਰਦਾ, ਇਹ ਨੈਟਵਰਕ ਲੇਅਰ 'ਤੇ ਕੰਮ ਕਰਦਾ ਹੈ। ਫਸਟ ਆਪਸ਼ਨ ਹੈ, ਇਟ ਅਨੇਬਲਸ ਡਾਟਾ ਪੈਕਟ ਟੂ ਰੂਟ ਬਿਟਵੀਨ ਡਿਫਰੈਂਟ ਨੈਟਵਰਕਸ, ਇਹ ਠੀਕ ਆ। ਤਾਂ ਫਿਰ ਇਹਦਾ ਸਟੇਟਮੈਂਟ 1 ਇਜ਼ ਟਰੂ, ਸਟੇਟਮੈਂਟ 2 ਇਜ਼ ਫਾਲਸ, ਤਾਂ C ਆਪਸ਼ਨ ਠੀਕ ਹੈ। ਠੀਕ ਹੈ। ਨੈਕਸਟ ਕੁਐਸਚਨ ਹੈ, ਫੋਲੋਇੰਗ ਆਰ ਸਮ ਸਟੇਟਮੈਂਟਸ ਰਿਗਾਰਡਿੰਗ ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਚੂਜ਼ ਦੀ ਕਰੈਕਟ ਸਟੇਟਮੈਂਟਸ। ਤਾਂ FTP ਦੇ ਰਿਗਾਰਡਿੰਗ ਸਟੇਟਮੈਂਟਸ ਪੁੱਛੀਆਂ ਨੇ, ਫਾਈਲ ਟ੍ਰਾਂਸਫਰ ਪ੍ਰੋਟੋਕੋਲਸ। ਠੀਕ ਹੈ। ਕਹਿੰਦਾ ਇਟ ਯੂਜ਼ ਟੂ ਐਕਸੈਸ ਦੀ ਵਰਲਡ ਵਾਈਡ ਵੈਬ, ਕੀ ਕਹਿੰਦਾ ਇਹ ਵਰਲਡ ਵਾਈਡ ਵੈਬ ਨੂੰ ਐਕਸੈਸ ਕਰਨ ਲਈ ਵਰਤੀ ਜਾਂਦੀ ਹੈ। ਇਟ ਯੂਜ਼ ਟੂ ਡਾਊਨਲੋਡ ਦੀ ਡੇਟਾ ਫਰੋਮ ਸਰਵਰ, ਕੀ ਡਾਟਾ ਨੂੰ ਡਾਟਾ ਸਰਵਰ ਤੋਂ ਡਾਊਨਲੋਡ ਕਰਨ ਦੇ ਲਈ। ਇਟ ਯੂਜ਼ਡ ਫॉर ਵੈਰੀ ਸਮਾਲ ਫਾਈਲ, ਕੀ ਇਹ ਛੋਟੀਆਂ ਫਾਈਲਾਂ ਲਈ ਵਰਤੀ ਜਾਂਦੀ ਹੈ। ਫਾਈਲਸ ਆਰ ਟਰਾਂਸਫਰਡ ਫਰੋਮ ਵਨ ਡਿਵਾਈਸ ਟੂ ਅਨਦਰ, ਕੀ ਕਹਿੰਦਾ ਇਹ ਫਾਈਲਾਂ ਨੂੰ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ 'ਤੇ ਟਰਾਂਸਫਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਨਾ। ਆਪਾਂ ਪ੍ਰੋਟੋਕੋਲ ਬਾਰੇ ਪੜ੍ਹਦੇ ਹਾਂ ਥੋੜ੍ਹਾ ਬਹੁਤ, 2-3 ਪ੍ਰੋਟੋਕੋਲਸ ਬਾਰੇ, ਫਿਰ ਆਪਾਂ ਆਨਸਰ ਦੇਵਾਂਗੇ। ਤਾਂ ਇੱਕ ਪ੍ਰੋਟੋਕੋਲ ਹੁੰਦੀ ਹੈ DHCP, ਡਾਇਨਾਮਿਕ ਹੋਸਟ ਕਨਫੀਗਰੇਸ਼ਨ ਪ੍ਰੋਟੋਕੋਲ। ਇਹ ਯੂਜ਼ ਟੂ ਫਾਈਂਡ ਦਾ IP ਐਡਰੈਸ, IP ਐਡਰੈਸ ਫਾਈਂਡ ਕਰਨ ਦੇ ਲਈ DHCP ਹੁੰਦੀ ਹੈ। ਜਿਵੇਂ ਮੰਨ ਲਓ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਹਾਂ ਆਪਾਂ, ਹੈ ਨਾ, ਆਪਾਂ ਲੈਪਟਾਪ ਕਨੈਕਟ ਕਰਦੇ ਹਾਂ, ਤਾਂ DHCP ਹੀ ਸਾਨੂੰ IP ਐਡਰੈਸ ਦਿੰਦਾ। ਜਾਂ ਅਸੀਂ ਫੋਨ ਨੂੰ ਵਾਈਫਾਈ ਨਾਲ ਕਨੈਕਟ ਕਰਦੇ ਹਾਂ, ਉੱਥੇ ਆ ਨਹੀਂ ਰਿਹਾ ਹੁੰਦਾ ਓਬਟੇਨਿੰਗ IP ਐਡਰੈਸ, ਉਹ ਕੌਣ ਦੇ ਰਿਹਾ ਹੁੰਦਾ, ਉਹ DHCP ਦੇ ਰਿਹਾ ਹੁੰਦਾ। ਠੀਕ ਹੈ। ਫਿਰ ਹੈ SMTP ਯੂਜ਼ ਟੂ ਟਰਾਂਸਫਰ ਦੀ ਈਮੇਲ, ਇਹ ਆਪਾਂ ਨੂੰ ਪਤਾ ਹੀ, ਆਪਾਂ ਪੜ੍ਹ ਚੁੱਕੇ ਹਾਂ ਕਿ ਈਮੇਲ ਦੇ ਲਈ SMTP ਯੂਜ਼ ਹੁੰਦੀ ਹੈ ਨਾ। HTTP ਯੂਜ਼ ਟੂ ਟਰਾਂਸਫਰ ਦੀ ਵੇਰੀਅਸ ਵੈਬ ਪੇਜਸ ਓਵਰ ਵੇਰੀਅਸ ਕੰਪਿਊਟਰਸ ਪ੍ਰੈਜ਼ੈਂਟ ਔਨ ਦੀ ਇੰਟਰਨੈਟ। ਤੇ ਯਾਦ ਰੱਖਣਾ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਵੈਬ ਪੇਜਸ ਨੂੰ ਟਰਾਂਸਫਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਠੀਕ ਹੈ। HTTP ਇਜ਼ ਐਫੀਸ਼ੀਐਂਟ ਇਨ ਟਰਾਂਸਫਰਿੰਗ ਸਮਾਲਰ ਫਾਈਲਸ ਲਾਈਕ ਵੈਬ ਪੇਜਸ, ਤਾਂ ਵੈਬ ਪੇਜਸ ਦਾ ਸਾਈਜ਼ ਛੋਟਾ ਹੁੰਦਾ, ਉਹਨਾਂ ਲਈ ਵਰਤੀ ਜਾਂਦੀ ਹੈ ਨਾ ਇਹ। ਜਿਵੇਂ ਵੱਡੀਆਂ ਫਾਈਲਾਂ, ਮੂਵੀ ਡਾਊਨਲੋਡ ਕਰਨੀਆਂ, ਗਾਣੇ ਡਾਊਨਲੋਡ ਕਰਨੇ, ਉਹ ਵੱਡੀਆਂ ਫਾਈਲਾਂ ਨੇ, ਉਹਦੇ ਲਈ ਆਪਾਂ FTP ਯੂਜ਼ ਕਰਾਂਗੇ। FTP ਯੂਜ਼ਡ ਫॉर ਅਪਲੋਡਿੰਗ ਐਂਡ ਡਾਊਨਲੋਡਿੰਗ ਫਾਈਲਸ ਫਰੋਮ ਕੰਪਿਊਟਰ ਟੂ ਦੀ ਇੰਟਰਨੈਟ, ਸਫੀਸ਼ੀਐਂਟ ਇਨ ਟਰਾਂਸਫਰਿੰਗ ਲਾਰਜਰ ਫਾਈਲ, ਲਾਰਜਰ ਫਾਈਲ ਦੇ ਲਈ FTP, ਹੈ ਨਾ। ਤਾਂ ਇਹ ਮੈਂ ਕੁਛ HTTP ਤੇ TCP ਦੇ ਵਿੱਚ ਵੀ ਡਿਫਰੈਂਸ ਦਿੱਤਾ ਹੋਇਆ, ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਬਸ, ਬਟ ਇਹ ਇਸ ਕੁਐਸਚਨ ਦੇ ਨਾਲ ਰਿਲੇਟਡ ਨਹੀਂ ਹੈ। ਅੱਗੇ ਕਿਤੇ ਲੋੜ ਪਈ ਤਾਂ ਆਪਾਂ ਸਮਝਾਂਗੇ ਇਹਨਾਂ ਨੂੰ। ਠੀਕ ਹੈ। ਹੁਣ ਪਹਿਲਾ ਆਪਸ਼ਨ ਸੀਗਾ ਇਟ ਯੂਜ਼ ਟੂ ਐਕਸੈਸ ਦੀ ਵਰਲਡ ਵਾਈਡ ਵੈਬ, ਨਾ ਇਹ ਤਾਂ ਨਹੀਂ ਯੂਜ਼ ਕੀਤਾ ਜਾਂਦਾ, ਇਹਦੇ ਲਈ ਤਾਂ HTTP ਪ੍ਰੋਟੋਕੋਲ ਹੈ। ਅਗਲਾ ਹੈਗਾ ਇਟ ਯੂਜ਼ ਟੂ ਡਾਊਨਲੋਡ ਦੀ ਡੇਟਾ ਫਰੋਮ ਫਾਈਲ ਸਰਵਰ, ਡੇਟਾ ਡਾਊਨਲੋਡ ਕਰਨ ਲਈ ਜ਼ਰੂਰ ਵਰਤੀ ਜਾਂਦੀ ਹੈ ਇਹ, ਬਟ ਹਾਂ ਸਾਈਜ਼ ਨਹੀਂ ਦੱਸਿਆ ਹੋਇਆ, ਤਾਂ ਹਾਂ ਆਹ ਠੀਕ ਹੈ। ਪਹਿਲਾਂ ਆਪਾਂ ਦੇਖ ਲੈਂਦੇ ਹਾਂ, C ਦੇਖਦੇ ਹਾਂ ਪਹਿਲਾਂ। ਇਟ ਯੂਜ਼ਡ ਫॉर ਵੈਰੀ ਸਮਾਲ ਫਾਈਲ, ਇਹ ਰੋਂਗ ਹੈ, ਇਹ ਨਹੀਂ ਹੋ ਸਕਦਾ। ਠੀਕ ਹੈ। ਤੇ ਫਾਈਲ ਦਾ ਟਰਾਂਸਫਰ ਫਰੋਮ ਵਨ ਡਿਵਾਈਸ ਟੂ, ਇਹ ਤਾਂ ਹੈਗਾ ਹੀ ਹੈ, ਫਾਈਲ ਨੂੰ ਇੱਕ ਡਿਵਾਈਸ ਤੋਂ ਦੂਸਰੇ ਡਿਵਾਈਸ 'ਤੇ ਟਰਾਂਸਫਰ ਕਰਨ ਲਈ ਯੂਜ਼ ਕੀਤੀ ਜਾਂਦੀ ਹੈ ਨਾ। ਫਿਰ B ਆਪਸ਼ਨ ਸੀਗਾ ਇਟ ਯੂਜ਼ ਟੂ ਡਾਊਨਲੋਡ ਦਾ ਡੇਟਾ ਫਰੋਮ ਫਾਈਲ ਸਰਵਰ, ਇਹ ਬਿਲਕੁਲ ਠੀਕ ਹੈ। ਡੇਟਾ ਨੂੰ ਡਾਊਨਲੋਡ ਤੇ ਅਪਲੋਡ ਆਪਾਂ ਪੜ੍ਹਿਆ ਨਹੀਂ ਪਿੱਛੇ, ਮੈਂ ਥੋੜ੍ਹਾ ਭੁੱਲ ਗਿਆ ਸੀ, ਆਹ ਦੇਖੋ, ਡਾਊਨਲੋਡ ਤੇ ਅਪਲੋਡ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਇਹ, ਹੈ ਨਾ। ਤਾਂ B ਤੇ D ਠੀਕ ਹੈ ਆਪਣੇ ਕੋਲ, B ਐਂਡ D, C ਆਨਸਰ ਹੈ ਇਹਦਾ। ਠੀਕ ਹੈ। ਹਾਂ। ਨੈਕਸਟ ਆਪਣੇ ਕੋਲ ਹੈ, ਮੈਚ ਕਰਨੇ ਨੇ ਲਿਸਟ 1 ਨੂੰ ਲਿਸਟ 2 ਦੇ ਨਾਲ। ਲਿਸਟ 1 ਦੇ ਵਿੱਚ IO ਡਿਵਾਈਸ ਦਿੱਤੇ ਹੋਏ ਨੇ ਤੇ ਉਹਨਾਂ ਦੀ ਡਾਟਾ ਟਰਾਂਸਫਰ ਰੇਟ ਦਿੱਤਾ ਹੋਇਆ, ਡਿਸਕ, ਮਾਊਸ, ਲੇਜ਼ਰ ਪ੍ਰਿੰਟਰ ਤੇ ਕੀਬੋਰਡ। ਤੇ ਇਹ ਤਾਂ ਆਪਾਂ ਨੂੰ ਯਾਦ ਹੀ ਕਰਨਾ ਪੈਣਾ ਹੈ, ਸੱਚ ਕੋਈ ਸਮਝਣ ਵਾਲੀ ਤਾਂ ਗੱਲ ਹੈ ਨਹੀਂ। ਜਿਵੇਂ ਡਿਸਕ ਦਾ ਸਭ ਤੋਂ ਜ਼ਿਆਦਾ ਹੁੰਦਾ ਡਾਟਾ ਟਰਾਂਸਫਰ ਰੇਟ, ਡਿਸਕ A ਦਾ ਹੁੰਦਾ ਚੌਥਾ 100 Mbps, ਤੇ ਮਾਊਸ ਦਾ, ਕੀਬੋਰਡ ਦਾ ਹੁੰਦਾ 50 ਬਿਟਸ ਪਰ ਸੈਕਿੰਡ,
ਮਾਊਸ ਦਾ ਹੁੰਦਾ 120, ਮਾਊਸ ਫਾਸਟ ਹੁੰਦਾ ਕੀਬੋਰਡ ਦੇ ਨਾਲੋਂ, ਮਾਊਸ ਦਾ ਹੁੰਦਾ 120 ਬਿਟਸ ਪਰ ਸੈਕਿੰਡ। ਲੇਜ਼ਰ ਪ੍ਰਿੰਟਰ ਦਾ ਹੈਗਾ 1 Mbps। ਤਾਂ ਏ ਦਾ ਆਪਣੇ ਕੋਲੇ ਹੈਗਾ ਚੌਥਾ, ਏ ਦਾ ਚੌਥਾ ਕਿਹੜੇ ਕਿਹੜੇ 'ਚ ਹੈ, ਤਾਂ ਪਹਿਲੇ ਦੋ ਆਨਸਰ ਨਹੀਂ ਹੈਗੇ, ਏ ਦਾ ਚੌਥਾ, ਬੀ ਦਾ ਤੀਜਾ, ਤਾਂ ਸੀ ਆਨਸਰ ਹੈ। ਠੀਕ ਹੈ, ਇਹ ਤੁਸੀਂ ਲਿਖਣਾ, ਲਿਖ ਸਕਦੇ ਹੋ। ਆ ਮੈਂ ਲਿਖਿਆ ਹੋਇਆ ਡਿਵਾਈਸ ਐਂਡ ਦੇਅਰ ਸਪੀਡ, ਤੁਸੀਂ ਸਕਰੀਨਸ਼ਾਟ ਲੈ ਕੇ ਇਹਨੂੰ ਲਿਖ ਸਕਦੇ ਹੋ, ਇੰਪੋਰਟੈਂਟ ਹੈ। ਕਈ ਵਾਰੀ ਨਾ ਉਹ ਕਾਪੀ ਕਰ ਦਿੰਦਾ ਕੁਐਸਚਨ, ਕਿ ਪਿਛਲੇ ਜਿਵੇਂ ਹੁਣ 2021 ਦੇ ਵਿੱਚ ਕਾਫੀ ਕਨਸੈਪਟ 2019 ਦੇ 20 ਦੇ ਆਏ ਸੀ, ਤਾਂ ਤੁਸੀਂ ਥੋੜ੍ਹਾ ਬਹੁਤ ਦੇਖ ਲਿਓ ਇਹਨੂੰ। ਤਾਂ ਇਹਦਾ ਸੀ ਆਨਸਰ ਕੀਤਾ ਸੀ ਆਪਾਂ। ਠੀਕ ਹੈ, ਸੋ ਇਹ ਆਪਾਂ ਡਿਸਕਸ ਕੀਤੇ ਨੇ ਕੁਐਸਚਨ 26 ਨਵੰਬਰ ਸ਼ਿਫਟ 1 ਦੇ ਕੁਐਸਚਨ ਨੇ। ਠੀਕ ਹੈ, ਤੇ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰੋ, ਤਾਂ ਕਿ ਬਾਕੀ ਸਟੂਡੈਂਟ ਵੀ ਇਹਦਾ ਬੈਨੀਫਿਟ ਲੈ ਸਕਣ। ਥੈਂਕ ਯੂ।